फरार गैंगस्टर दीपक टीनू ਨੂੰ ਦਿੱਲੀ ਪੁਲਿਸ ਨੇ ਰਾਜਸਥਾਨ ਦੇ ਅਜਮੇਰ ਤੋਂ ਕੀਤਾ ਗ੍ਰਿਫਤਾਰ। 5 ਹੈਂਡ ਗ੍ਰੇਨੇਡ ਅਤੇ 2 ਆਟੋਮੈਟਿਕ ਪਿਸਟਲ ਵੀ ਬਰਾਮਦ। 2 ਅਕਤੂਬਰ ਨੂੰ ਮਾਨਸਾ ਪੁਲਿਸ ਦੀ ਕਸਟਡੀ ਦੇ ਵਿੱਚ ਉਹ ਫਰਾਰ ਹੋਇਆ ਸੀ ਟੀਨੂ। ਮੋਹਾਲੀ ਕੋਰਟ ਨੇ ਸੁੰਦਰ ਸ਼ਾਮ ਅਰੋੜਾ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ। ਸਾਬਕਾ ਮੰਤਰੀ ਤੇ ਨੇ ਅਫਸਰ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਦੇ ਇਲਜ਼ਾਮ। ਇੱਕ ਦਿਨ ਪਹਿਲਾਂ ਮੋਹਾਲੀ ਦੇ ਇੱਕ ਵੱਡੇ ਪ੍ਰਾਪਰਟੀ ਡੀਲਰ ਤੋਂ ਵੀ ਪੁੱਛਗਿੱਛ ਕਰੇਗੀ ਵਿਜੀਲੈਂਸ। ਵਿਜੀਲੈਂਸ ਚੀਫ ਵਰਿੰਦਰ ਅਤੇ AIG ਮਨਮੋਹਨ ਨੇ CM ਭਗਵੰਤ ਮਾਨ ਦੇ ਨਾਲ ਕੀਤੀ ਮੁਲਾਕਾਤ। CM ਨੇ ਅਫਸਰਾਂ ਦੀ ਕੀਤੀ ਹੌਸਲਾ ਅਫਜ਼ਾਈ। ਕਰਪਸ਼ਨ ਦੇ ਖਿਲਾਫ ਵਿਜੀਲੈਂਸ ਨੂੰ ਦਿੱਤੀ ਪੂਰੀ ਫਰੀडम। ਕੈਥਲ ਦੇ ਵਿੱਚ ਨਜਾਇਜ਼ ਕਬਜ਼ੇ ਢਾਉਣ ਗਏ ਪ੍ਰਸ਼ਾਸਨਿਕ ਅਮਲੇ ਦਾ ਜ਼ੋਰਦਾਰ ਵਿਰੋਧ। ਲੋਕਾਂ ਨੇ ਕੀਤਾ ਪਥਰਾਅ। ਪੁਲਿਸ ਨੇ ਲਾਠੀ ਚਾਰਜ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਿਆ। ਮੁੱਖ ਮੰਤਰੀ ਮਾਨ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਅਚਨਚੇਤ ਕੀਤੀ ਚੈਕਿੰਗ। CM ਬੋਲੇ, ਮੈਂ ਇੱਥੇ ਕਮੀਆਂ ਚੈੱਕ ਕਰਨ ਆਇਆ ਹਾਂ, ਜੋ ਵੀ ਕਮੀਆਂ ਹੋਣਗੀਆਂ ਉਹ ਦੂਰ ਕਰਾਂਗੇ। ਨਹੀਂ ਚਾਹੁੰਦੇ ਤੇ ਰਜਿੰਦਰਾ ਹਸਪਤਾਲ ਸਿਰਫ ਰੈਫਰ ਸੈਂਟਰ ਬਣੇ। ਲੁਧਿਆਣਾ ਦੇ ਵਿੱਚ CM ਮਾਨ ਦੇ ਵੱਲੋਂ ਵੇਰਕਾ ਦੇ ਅਪਗ੍ਰੇਡ ਪਲਾਂਟ ਦਾ ਉਦਘਾਟਨ। ਮੁੱਖ ਮੰਤਰੀ ਬੋਲੇ, ਦਿੱਲੀ ਦੇ ਵਿੱਚ ਖੋਲਾਂਗੇ ਵੇਰਕਾ ਦਾ ਵੱਡਾ ਪਲਾਂਟ। PU ਚੋਣਾਂ ਜਿੱਤਣ ਤੋਂ ਬਾਅਦ ਨਵੇਂ ਪ੍ਰਧਾਨ ਆਯੂਸ਼ ਖਟਕੜ ਨੇ CM ਮਾਨ ਦੇ ਨਾਲ ਕੀਤੀ ਮੁਲਾਕਾਤ। ਬੋਲੇ, CM ਨੇ ਜਿੱਤ ਦੀ ਦਿੱਤੀ ਵਧਾਈ। ਹੌਸਟਲ ਦੇ ਨਿਰਮਾਣ ਦਾ ਵੀ ਦਿੱਤਾ ਭਰੋਸਾ। ਮਲਿਕਾਰਜੁਨ ਖੜਗੇ ਬਣੇ ਕਾਂਗਰਸ ਦੇ ਨਵੇਂ ਪ੍ਰਧਾਨ। ਕਰੀਬ 8000 ਵੋਟਾਂ ਮਿਲੀਆਂ। ਸ਼ਸ਼ੀ ਥਰੂਰ ਨੇ ਹਾਰ ਮੰਨਦਿਆਂ ਖੜਗੇ ਨੂੰ ਦਿੱਤੀ ਵਧਾਈ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਟੀਨੂ ਦੀ, ਦੀਪਕ ਟੀਨੂ ਦੀ। ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲਾ ਉਹ ਗੈਂਗ, ਉਸ ਦਾ ਹਿੱਸਾ ਦੀਪਕ ਟੀਨੂ, ਜਿਸ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਨੂੰ ਗ੍ਰਿਫਤਾਰ ਕਰੀਬ 600 ਕਿਲੋਮੀਟਰ ਦੂਰ ਮਾਨਸਾ ਤੋਂ, ਜਿੱਥੋਂ ਭੱਜਿਆ ਸੀ ਉਸ ਤੋਂ 600 ਕਿਲੋਮੀਟਰ ਦੂਰ ਜਾ ਕੇ ਅਜਮੇਰ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਵੱਡੀ ਖਬਰ ਦੇ ਉੱਤੇ ਤਫਸੀਲ ਦੇ ਨਾਲ ਤੁਹਾਡੇ ਤੱਕ ਜਾਣਕਾਰੀ ਪਹੁੰਚਾਵਾਂਗੇ ਕਿ ਦੀਪਕ ਟੀਨੂ ਦੀ ਫਰਾਰੀ ਕਿਵੇਂ ਹੋਈ, ਉਹ ਫਰਾਰ ਕਿਵੇਂ ਹੋਇਆ, ਉਸ ਤੋਂ ਬਾਅਦ ਗ੍ਰਿਫਤਾਰੀ ਕਿਵੇਂ ਹੋਈ ਹੈ, ਜੋ ਦਿੱਲੀ ਪੁਲਿਸ ਨੇ ਗ੍ਰਿਫਤਾਰ ਉਸ ਨੂੰ ਕੀਤਾ ਹੈ। ਸ਼ੁਰੂਆਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਦੀਪਕ ਟੀਨੂ ਦੀ ਉਹ ਤਸਵੀਰ ਜੋ ਗ੍ਰਿਫਤਾਰੀ ਤੋਂ ਬਾਅਦ, ਇਹ ਦੂਜੀ ਵਾਰ ਗ੍ਰਿਫਤਾਰੀ ਹੋਈ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ, ਔਰ ਇਸ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਪਹਿਲੀ ਤਸਵੀਰ ਹੈ ਉਹ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਵੱਡੀ ਖਬਰ ਹੈ, ਗੈਂਗਸਟਰ ਦੀਪਕ ਟੀਨੂ ਦੀ ਪਹਿਲੀ ਤਸਵੀਰ। ਮੁੜ ਗ੍ਰਿਫਤਾਰੀ ਦੇ ਬਾਅਦ ਟੀਨੂ ਦੀ ਇਹ ਪਹਿਲੀ ਤਸਵੀਰ ਸਾਹਮਣੇ ਆਈ ਹੈ। ਰਾਜਸਥਾਨ ਦੇ ਅਜਮੇਰ ਤੋਂ ਟੀਨੂ ਦੀ ਗ੍ਰਿਫਤਾਰੀ ਹੋਈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਵੱਲੋਂ ਹੀ ਗ੍ਰਿਫਤਾਰ ਕੀਤਾ ਗਿਆ ਦੀਪਕ ਟੀਨੂ। ਦੀਪਕ ਟੀਨੂ ਦੇ ਕੋਲੋਂ 5 ਗ੍ਰੇਨੇਡ, ਹੋਰ ਵੀ ਅਸਲਾ ਹਥਿਆਰ ਬਰਾਮਦ ਹੋਏ ਨੇ। ਤਾਂ ਤਸਵੀਰ ਤੁਹਾਨੂੰ ਦਿਖਾ ਰਿਹਾ ਦੀਪਕ ਟੀਨੂ ਦੀ। ਦੀਪਕ ਟੀਨੂ ਦੀ ਤਸਵੀਰ ਮੈਂ ਇੱਕ ਵਾਰ ਸਕਰੀਨ ਤੇ ਵੀ ਲੈ ਕੇ ਆਵਾਂਗਾ। ਔਰ ਇਹ ਸ਼ਖਸ ਜੋ ਭੱਜਿਆ ਸੀ ਔਰ ਜਿਸ ਤਰੀਕੇ ਨਾਲ ਭੱਜਿਆ, ਉਹ ਵੀ ਆਪਣੇ ਆਪ ਦੇ ਵਿੱਚ ਜ਼ਰੂਰ ਕਈ ਸਵਾਲ ਖੜੇ ਕਰਦਾ ਹੈ। ਜਿਸ ਤਰੀਕੇ ਨਾਲ ਪੁਲਿਸ ਦੀ ਹੀ ਪੁਸ਼ਤ ਪਨਾਹੀ ਹੇਠ ਭੱਜ ਗਿਆ, ਜਿਸ ਤਰੀਕੇ ਨਾਲ CIA ਇੰਚਾਰਜ ਦੇ ਉੱਤੇ ਇਲਜ਼ਾਮ ਲੱਗ ਗਏ ਕਿ ਉਸਨੇ ਇਸ ਨੂੰ ਭੱਜਣ ਦੇ ਵਿੱਚ ਮਦਦ ਕੀਤੀ। ਤਾਂ ਇਹ ਦੀਪਕ ਟੀਨੂ ਦੀ ਤਸਵੀਰ ਨਜ਼ਰ ਆਈ ਹੈ, ਇੱਕ ਟੀ-ਸ਼ਰਟ ਦੇ ਵਿੱਚ ਨਜ਼ਰ ਆ ਰਿਹਾ ਹੈ। ਰਾਜਸਥਾਨ ਦੇ ਅਜਮੇਰ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਦਿੱਲੀ ਪੁਲਿਸ ਦੇ ਵੱਲੋਂ। ਔਰ ਉਹ ਤਸਵੀਰ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਗੱਡੀ ਦੇ ਵਿੱਚ ਬੈਠੇ ਹੋਏ ਨੇ ਦੀਪਕ ਟੀਨੂ ਤੇ ਉਸ ਦੇ ਬਾਅਦ ਜਿਹੜੇ ਅਧਿਕਾਰੀ ਲੱਗ ਰਹੇ ਨੇ। ਤਾਂ ਦੀਪਕ ਟੀਨੂ ਇਹ ਸ਼ਖਸ, ਔਰ ਹਾਉ ਭਾਉ ਦੇਖੋ ਇਸ ਸ਼ਖਸ ਦੇ, ਇਸ ਦੇ ਉੱਤੇ ਇਲਜ਼ਾਮ ਬਹੁਤ ਸਾਰੇ ਸੰਗੀਨ ਇਲਜ਼ਾਮ ਨੇ, ਕਤਲ ਵਰਗੇ। ਔਰ ਇਲਜ਼ਾਮ ਨੇ ਕਿ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੋਇਆ ਇਸ ਸ਼ਖਸ ਨੇ ਹੀ, ਇਸ ਦੀਪਕ ਟੀਨੂ ਦੇ ਉੱਤੇ ਇਲਜ਼ਾਮ ਹੈ ਕਿ ਇਸਨੇ ਹਥਿਆਰ ਮੁਹੱਈਆ ਕਰਵਾਏ। ਬਹੁਤ ਵੱਡੀ ਸਾਜ਼ਿਸ਼ ਜਿਹੜੀ ਰਚੀ ਗਈ, ਉਸ ਦੇ ਵਿੱਚ ਇੱਕ ਬਹੁਤ ਅਹਿਮ ਮੋਹਰਾ ਹੈ ਇਹ ਦੀਪਕ ਟੀਨੂ। ਦੀਪਕ ਟੀਨੂ ਦਿੱਲੀ ਪੁਲਿਸ ਨੇ ਹੀ ਪਹਿਲਾਂ ਗ੍ਰਿਫਤਾਰ ਕੀਤਾ ਸੀ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ। ਇੱਕ ਵਾਰ ਇਹ ਪੰਚਕੂਲਾ ਤੋਂ ਭੱਜ ਗਿਆ ਸੀ ਔਰ ਉਸ ਤੋਂ ਬਾਅਦ ਦਿੱਲੀ ਪੁਲਿਸ ਨੇ ਕਾਬੂ ਕੀਤਾ ਤੇ ਦੀਪਕ ਟੀਨੂ ਨੂੰ ਪੰਜਾਬ ਪੁਲਿਸ ਲੈ ਕੇ ਆ ਗਈ। ਇੱਥੇ ਬਹੁਤ ਕੁਝ ਹੋਇਆ ਪੁੱਛ ਪੜਤਾਲ ਦੇ ਵਿਚਾਲੇ। ਇਸ ਨੇ ਪੂਰੀ ਸੈਟਿੰਗ ਕਰ ਲਈ CIA ਇੰਚਾਰਜ ਦੇ ਨਾਲ, ਜੋ CIA ਇੰਚਾਰਜ ਦੇ ਉੱਤੇ ਇਲਜ਼ਾਮ ਨੇ, ਤੇ ਉਸ ਤੋਂ ਬਾਅਦ ਇਹ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ। ਤੇ ਦੀਪਕ ਟੀਨੂ ਕੁਖਿਆਤ ਗੈਂਗਸਟਰ ਹੈ। ਤੇ ਸਵਾਲ ਉਹੀ ਜੋ ਪਹਿਲਾਂ 2 ਅਕਤੂਬਰ ਤੋਂ ਉੱਠਦੇ ਆ ਰਹੇ ਨੇ, ਜਿਸ ਦਿਨ ਤੋਂ ਇਹ ਭੱਜਿਆ ਕਿ CIA ਇੰਚਾਰਜ ਇਸ ਨੂੰ ਕੱਲਾ ਲੈ ਕੇ ਹੀ ਘੁੰਮ ਰਿਹਾ ਸੀ। ਉਮੀਦ ਕਰਦੇ ਹਾਂ ਕਿ ਹੁਣ ਪੂਰੀ ਸਿਕਿਉਰਿਟੀ ਘੱਟੋ ਘੱਟ ਅਜਿਹੀ ਹੋਵੇ ਕਿ ਭੱਜਣ ਦੀ ਸੋਚ ਨਾ ਸਕੇ, ਕਿਉਂਕਿ ਮੋਬਾਈਲ ਜੇਲ੍ਹ ਦੇ ਵਿੱਚ ਮਿਲਿਆ ਦੀਪਕ ਟੀਨੂ ਤੋਂ। ਫਿਰ ਜਾ ਕੇ ਬੈਠਦਾ ਆਪਣੀ ਗਰਲਫ੍ਰੈਂਡ ਦੇ ਨਾਲ,
ਦੀਪਕ ਟੀਨੂ ਨੂੰ ਗਰਲਫ੍ਰੈਂਡ ਨੂੰ ਮਿਲਣ ਲੈ ਕੇ ਜਾਂਦਾ ਸੀਆਈਏ ਇੰਚਾਰਜ, ਤਾਂ ਬਹੁਤ ਕੁਝ ਹੋਇਆ ਹੈ। ਤਾਂ ਇਹ ਉਸ ਤੋਂ ਬਾਅਦ ਭੱਜਣ 'ਚ ਵੀ ਕਾਮਯਾਬ ਰਿਹਾ, ਹੁਣ ਮੁੜ ਤੋਂ ਗ੍ਰਿਫਤਾਰ ਕਰ ਲਿਆ ਗਿਆ। ਤੇ ਹੁਣ ਦੀਪਕ ਟੀਨੂ ਅਰੈਸਟ ਕਿਵੇਂ ਕੀਤਾ ਗਿਆ ਪੁਲਿਸ ਦੇ ਵੱਲੋਂ, ਤੁਹਾਨੂੰ ਤਫਸੀਲ ਦੇ ਨਾਲ ਜਾਣਕਾਰੀ ਦਵਾਂਗੇ। ਸਿੱਧੂ ਮੂਸੇਵਾਲਾ ਦਾ ਗੁਨੇਗਾਰ ਦੀਪਕ ਟੀਨੂ ਜੋ ਪੁਲਿਸ ਦੀ ਗਿਰਫਤ ਦੇ ਵਿੱਚੋਂ ਫਰਾਰ ਹੋ ਗਿਆ ਸੀ, ਪਰ 18 ਦਿਨ ਬਾਅਦ ਦੀਪਕ ਟੀਨੂ ਮੁੜ ਪੁਲਿਸ ਨੇ ਕਾਬੂ ਕਰ ਲਿਆ। ਪੰਜਾਬ ਪੁਲਿਸ ਦੀ ਗਿਰਫਤ ਤੋਂ ਭੱਜਿਆ ਸੀ, ਪਰ ਕਾਬੂ ਕੀਤਾ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ। ਰਾਜਸਥਾਨ ਦੇ ਅਜਮੇਰ ਤੋਂ ਲਗਾਤਾਰ ਉਸ ਦਾ ਪਿੱਛਾ ਕਰ ਰਹੀ ਸੀ ਸਪੈਸ਼ਲ ਸੈੱਲ ਦਿੱਲੀ ਦੀ, ਔਰ ਆਖਿਰ ਸ਼ਿਕੰਜੇ ਦੇ ਵਿੱਚ ਦੀਪਕ ਟੀਨੂ ਇੱਕ ਵਾਰ ਫਿਰ ਤੋਂ ਆ ਗਿਆ। 18 ਦਿਨ ਬਾਅਦ ਮੂਸੇਵਾਲੇ ਦਾ ਗੁਨਾਹਗਾਰ ਮਾਨਸਾ ਤੋਂ ਭੱਜਿਆ ਅਜਮੇਰ ਤੋਂ ਗ੍ਰਿਫਤਾਰ, ਤੇ ਉਹ ਹੈ ਦੀਪਕ ਟੀਨੂ, ਜਿਸ ਨੇ ਖਾਕੀ ਨੂੰ ਵੀ ਖਰੀਦ ਲਿਆ ਸੀ ਤੇ ਆਪਣੇ ਸ਼ਾਤਰ ਦਿਮਾਗ ਦੇ ਨਾਲ ਪੁਲਿਸ ਮੁਲਾਜ਼ਮ ਦੀ ਸਰਕਾਰੀ ਰਿਹਾਇਸ਼ ਦੇ ਵਿੱਚ ਆਪਣੀ ਗਰਲਫ੍ਰੈਂਡ ਦੇ ਨਾਲ ਮੁਲਾਕਾਤ ਕੀਤੀ। ਇਸ ਦੀਪਕ ਟੀਨੂ ਨੇ 18 ਦਿਨ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਕਦੇ ਵਿਦੇਸ਼ ਜਾਣ ਦੀ ਗੱਲ ਤੇ ਕਦੇ ਕੁਝ, ਪਰ ਦੀਪਕ ਟੀਨੂ 18 ਦਿਨਾਂ ਦੇ ਵਿੱਚ 600 ਕਿਲੋਮੀਟਰ ਵੀ ਟੱਪਿਆ ਤੇ ਰਾਜਸਥਾਨ ਦੇ ਅਜਮੇਰ ਤੋਂ ਇਸ ਨੂੰ ਗ੍ਰਿਫਤਾਰ ਕਰ ਲਿਆ। ਇਸ ਵਾਰ ਇਹ ਅੜਿੱਕੇ ਆਇਆ ਦਿੱਲੀ ਪੁਲਿਸ ਦੀ स्पेशल सेल टीम दे। तो इस पे काफ़ी एक्सटेंसिव काम किया स्पेशल सेल की टीमों ने, और नंबर ऑफ जो नेबरिंग स्टेट्स थी इसमें लगातार एक्शन, इवन इंडो नेपाल बॉर्डर पे भी और बाकी डीप हिंटरलैंड में भी काफ़ी एक्शन हुआ। और आज हमें बड़ी सक्सेस मिली जब दीपक टिन्नू को केकड़ी अजमेर राजस्थान से अरेस्ट किया गया दोपहर को। दिल्ली पुलिस ने मूसेवाले ਨੂੰ ਮਾਰਨ ਦੇ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪਕ ਟੀਨੂ ਤੋਂ 5 हैंड ग्रेनेड ਤੇ 2 ਆਟੋਮੈਟਿਕ ਪਿਸਟਲ ਬਰਾਮਦ ਕੀਤੇ ਨੇ। ਸਿਰਫ ਇੰਨਾ ਹੀ ਨਹੀਂ, ਦੀਪਕ ਨੇ ਬਾਹਰ ਜਾਣ ਦੀ ਪੂਰੀ ਪਲਾਨਿੰਗ ਵੀ ਕਰ ਲਈ ਸੀ ਤੇ ਆਪਣੇ 2 ਅਸਿਸਟੈਂਟ ਰੋਹਿਤ ਗੁਦਾਰਾ ਤੇ ਜੈਕ ਜੋ ਵਿਦੇਸ਼ ਰਹਿੰਦੇ ਨੇ ਉਹਨਾਂ ਦੀ ਮਦਦ ਦੇ ਨਾਲ ਪਾਸਪੋਰਟ ਵੀ ਬਣਾ ਲਿਆ ਸੀ। ਪਰ ਟੀਨੂ ਵਿਦੇਸ਼ ਭੱਜਦਾ ਇਸ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਉੱਥੇ ਤੱਕ ਪਹੁੰਚ गई ਤੇ ਕਾਬੂ ਕਰ ਲਿਆ ਗਿਆ। इसके पोजेशन से 5 ग्रेनेड भी मिले हैं और 2 अच्छी क्वालिटी के सेमी ऑटोमेटिक पिस्टल्स मिले हैं। और इसकी प्रिलिमिनरी क्वेश्चनिंग से पता चला है कि रोहित गोदारा जो कि अजरबैजान में है और जैक जो कि अनमोल बिश्नोई का एसोसिएट है और रोहित गोदारा जो है ये संपत नेहरा का दोस्त है, इन्होंने बाहर से बैठे बैठे इसको ये हाइडआउट्स प्रोवाइड करने में मदद करी थी। ਦੀਪਕ ਟੀਨੂ ਲਾਰੈਂਸ ਤੇ ਗੋਲਡੀ ਬਰਾੜ ਦਾ ਖਾਸਮ ਖਾਸ ਸੀ ਤੇ 18 ਦਿਨ ਵੀ ਇਹ ਲਾਰੈਂਸ ਦੇ ਗੜ ਰਾਜਸਥਾਨ ਦੇ ਵਿੱਚ ਲੁਕਿਆ ਸੀ, ਪਰ ਇਸ ਵਾਰ ਲਾਰੈਂਸ ਵੀ ਇਸ ਨੂੰ ਬਚਾ ਨਾ ਸਕਿਆ। 1 और 2 अक्टूबर की रात को दीपक टिन्नू जो कि लॉरेंस बिश्नोई गोल्डी बराड़ गैंग का काफ़ी एक्टिव मेंबर है, तो ये मानसा पुलिस की कस्टडी से एस्केप कर गया था। और उसी टाइम जब हमें पता चला था कि एस्केप हुआ है, वो वाइडली पब्लिसाइज हुई थी बात, तो स्पेशल सेल की डिफरेंट टीम्स इस पे काम कर रही थी। ਦੀਪਕ ਟੀਨੂ ਪੁਲਿਸ ਦੀ ਗ੍ਰਿਫਤ ਵਿੱਚ ਤਾਂ ਆ ਗਿਆ। ਹੁਣ ਸਵਾਲ ਇਹ ਹੈ ਕਿ ਇਸ ਨੂੰ ਭਜਾਉਣ ਦੇ ਵਿੱਚ ਸਿਰਫ ਪ੍ਰਿਤਪਾਲ ਹੀ ਸ਼ਾਮਲ ਸੀ ਜਾਂ ਕੋਈ ਹੋਰ। 18 ਦਿਨ ਦੀਪਕ ਕਿੱਥੇ ਲੁਕਿਆ ਸੀ? ਆਖਰ ਇਹ ਮਾਰੂ ਹਥਿਆਰ ਦੀਪਕ ਕੋਲ ਕਿੱਥੋਂ ਆਏ ਤੇ ਉਸ ਕੋਲ ਫਰਜ਼ੀ ਪਾਸਪੋਰਟ ਕਿੱਥੋਂ ਆਇਆ? ਇਹ ਸਵਾਲਾਂ ਦੇ ਜਵਾਬ ਤਾਂ ਦੀਪਕ ਟੀਨੂ ਰਿਮਾਂਡ ਦੇ ਦੌਰਾਨ ਹੀ ਦੇਵੇਗਾ। ਦਿੱਲੀ ਤੋਂ ਸ਼ੰਕਰ ਆਨੰਦ ਦੇ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਤਾਂ ਦੀਪਕ ਟੀਨੂ ਇੱਕ ਵਾਰ ਫਿਰ ਤੋਂ ਗ੍ਰਿਫਤਾਰ ਕਰ ਲਿਆ ਗਿਆ, ਔਰ ਜਿਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਔਰ ਜਿਸ ਤਰੀਕੇ ਨਾਲ ਉਸ ਤੋਂ ਹਥਿਆਰ ਬਰਾਮਦ ਕੀਤੇ ਗਏ ਨੇ, ਉਹ ਵੀ ਬਹੁਤ ਸਾਰੇ ਸਵਾਲ ਖੜੇ ਕਰ ਰਹੇ ਨੇ ਕਿ ਦੀਪਕ ਟੀਨੂ ਦੇ ਕੋਲ ਫਰਾਰ ਹੋਣ ਤੋਂ ਬਾਅਦ ਵੀ 5 हैंड ग्रेनेड ਕਿਵੇਂ ਪਹੁੰਚ ਗਏ? ਉਸ ਦਾ ਮਕਸਦ ਕੀ ਸੀ ਕਿ ਬਾਕੀ ਜੇ ਪੁਲਿਸ ਨਾਲ ਮੁਕਾਬਲਾ ਹੋ ਜਾਂਦਾ ਦੀਪਕ ਟੀਨੂ ਦਾ ਤਾਂ ਕਿ ਉਹ हैंड ग्रेनेड ਦਾ ਇਸਤੇਮਾਲ ਕਰ ਸਕਦਾ ਸੀ। ਜੋ ਉਸ ਦੇ ਕੋਲ ਸੈਮੀ ਆਟੋਮੈਟਿਕ ਗਨ ਮਿਲੀ ਹੈ, ਪਿਸਟਲ ਮਿਲੀ ਹੈ, ਉਹ ਕੌਣ ਉਸ ਨੂੰ ਮੁਹੱਈਆ ਕਰਵਾ ਰਿਹਾ ਸੀ? खैर बहुत सारे सवाल ने जिन्हां दा जवाब लाजमी तौर पर पुलिस जानना चाहती होगी, पर सवाल यह भी है कि जिहड़ा सिद्धू मूसेवाला कतल केस दे विच मुलजम होवे, पुलिस रिमांड दे उत्ते लैके पुछगिछ कर रही होवे और वो पुलिस दी कस्टडी दे विचों फरार हो जावे। दीपक टीनू मानसा दे सीआईए स्टाफ तो ही फरार होया सी, एक होटल दे विच उस नूं लैके गए सी। हुण सवाल यह भी है कि आखिर कौन सी जिसने इसकी मदद की? आखिर कौन सी जिसने मानसा तो अजमेर तक पहुंचण दे विच दीपक टीनू दी इमदाद की?
2 ਅਕਤੂਬਰ ਦੀ ਸਵੇਰ ਜਦੋਂ ਪਤਾ ਲੱਗਿਆ ਕਿ ਸਿੱਧੂ ਮੂਸੇਵਾਲਾ ਦਾ ਗੁਨਹਗਾਰ ਦੀਪਕ ਟੀਨੂ ਫਰਾਰ ਹੋ ਗਿਆ। ਫਰਾਰ ਵੀ ਮਾਨਸਾ CIA ਇੰਚਾਰਜ ਪ੍ਰਿਤਪਾਲ ਸਿੰਘ ਦੀ ਸਰਕਾਰੀ ਰਿਹਾਇਸ਼ ਤੋਂ ਹੋਇਆ ਤੇ ਦੱਸਿਆ ਗਿਆ ਕਿ ਦੀਪਕ ਟੀਨੂ ਕੋਲ ਫਰਾਰਗੀ ਸਮੇਂ ਇੱਕ ਮੋਬਾਈਲ ਫੋਨ ਸੀ ਜਿਸ ਨਾਲ ਉਹ ਆਪਣੀ ਗਰਲਫ੍ਰੈਂਡ ਨਾਲ WhatsApp ਤੇ ਗੱਲ ਕਰਦਾ ਸੀ। ਟੀਨੂ ਨੂੰ CIA ਸਟਾਫ ਤੋਂ ਬਾਹਰ 3 ਵਾਰ ਲਿਆਂਦਾ ਗਿਆ ਤੇ 5 ਦਿਨਾਂ ਦੀ ਰਿਮਾਂਡ ਦੌਰਾਨ ਅਜਿਹਾ 3 ਵਾਰ ਕੀਤਾ ਗਿਆ। ਬਰਖਾਸਤ CIA ਇੰਚਾਰਜ ਪ੍ਰਿਤਪਾਲ ਸਿੰਘ ਹੀ ਉਸ ਨੂੰ ਬਾਹਰ ਲੈ ਕੇ ਆਇਆ। ਪ੍ਰਿਤਪਾਲ ਸਿੰਘ ਵੱਲੋਂ ਕਈ ਲੋਕਾਂ ਨਾਲ ਟੀਨੂ ਦੀ ਮੁਲਾਕਾਤ ਕਰਵਾਉਣ ਦਾ ਵੀ ਸ਼ੱਕ ਹੈ। ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵੀ ਜੇਲ੍ਹ 'ਚ ਟੀਨੂ ਮੋਬਾਈਲ ਇਸਤੇਮਾਲ ਕਰਦਾ ਰਿਹਾ ਹੈ ਅਤੇ ਜੇਲ੍ਹ ਤੋਂ ਫੇਸਬੁੱਕ ਤੇ ਤਸਵੀਰਾਂ ਤੱਕ ਪੋਸਟ ਕੀਤੀਆਂ ਗਈਆਂ। 2016-17 ਚ ਵੀ ਜੇਲ੍ਹ ਤੋਂ ਹੋਰ ਸਾਥੀਆਂ ਨਾਲ ਟੀਨੂ ਵੱਲੋਂ ਪੋਸਟਾਂ ਸ਼ੇਅਰ ਕੀਤੀਆਂ ਗਈਆਂ। ਟੀਨੂ ਹਰਿਆਣਾ ਦੇ ਨਾਮ ਤੇ ਉਸ ਦਾ ਫੇਸਬੁੱਕ ਅਕਾਊਂਟ ਚੱਲਦਾ ਸੀ ਅਤੇ ਜੇਲ੍ਹ ਤੋਂ ਹੀ ਇਹ ਪੂਰਾ ਨੈਟਵਰਕ ਚਲਾ ਰਿਹਾ ਸੀ। ਇਹ ਗੱਲ ਤਾਂ ਸੀ ਦੀਪਕ ਟੀਨੂ ਅਤੇ ਪ੍ਰਿਤਪਾਲ ਦੀ। ਦੱਸਿਆ ਜਾ ਰਿਹਾ ਹੈ ਕਿ ਦੀਪਕ ਟੀਨੂ ਨੂੰ ਭਜਾਉਣ ਲਈ 5 ਹਥਿਆਰਬੰਦ ਗੈਂਗਸਟਰ 2 ਗੱਡੀਆਂ 'ਚ ਸਵਾਰ ਹੋ ਕੇ ਆਏ ਸੀ। ਭੱਜਣ ਸਮੇਂ ਟੀਨੂ ਕੋਲ ਇੱਕ ਪਿਸਤੌਲ ਵੀ ਸੀ ਅਤੇ ਉਸ ਦੀ ਗਰਲਫ੍ਰੈਂਡ ਵੀ ਟੀਨੂ ਦੇ ਨਾਲ ਹੀ ਫਰਾਰ ਹੋਈ। ਤੇ ਹੁਣ ਗੱਲ ਉਸ ਦੀ ਸਹੇਲੀ ਜਤਿੰਦਰ ਕੌਰ ਦੀ ਜੋ ਜ਼ੀਰਕਪੁਰ 'ਚ ਰਹਿੰਦੀ ਸੀ ਅਤੇ ਦੀਪਕ ਟੀਨੂ ਨੂੰ ਫਰਾਰ ਕਰਵਾਉਣ ਤੋਂ ਬਾਅਦ ਪੁਲਿਸ ਦੇ ਅੜਿੱਕੇ ਆਈ ਅਤੇ ਇਸ ਨੇ ਦੱਸਿਆ ਕਿ ਕਿਵੇਂ ਉਸ ਨੂੰ ਮਾਲਦੀਪ ਜਾਣ ਲਈ ਕਿਹਾ ਗਿਆ ਸੀ, ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਜਤਿੰਦਰ ਕੌਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਦੀ ਗ੍ਰਿਫਤ ਤੋਂ ਕਿਸ ਤਰ੍ਹਾਂ ਸ਼ਾਤਿਰ ਤਰੀਕੇ ਨਾਲ ਦੀਪਕ ਟੀਨੂ ਫਰਾਰ ਹੋਇਆ, 18 ਦਿਨ 'ਚ ਕਈ ਗ੍ਰਿਫਤਾਰੀਆਂ ਹੋਈਆਂ ਤੇ ਆਖਿਰਕਾਰ 18 ਦਿਨ ਬਾਅਦ ਦੀਪਕ ਟੀਨੂ ਵੀ ਗ੍ਰਿਫਤ 'ਚ ਆਇਆ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ 18 ਦਿਨ ਬਾਅਦ ਦੀਪਕ ਟੀਨੂ ਇੱਕ ਵਾਰ ਫਿਰ ਤੋਂ ਪੁਲਿਸ ਦੀ ਗਿਰਫਤ ਦੇ ਵਿੱਚ। ਔਰ ਕਾਬਿਲੇ ਗੌਰ ਇਹ ਵੀ ਹੈ ਕਿ ਪਹਿਲਾਂ ਵੀ ਦੀਪਕ ਟੀਨੂ ਨੂੰ ਗ੍ਰਿਫਤਾਰ ਕਿਸਨੇ ਕੀਤਾ ਸੀ? ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਹੀ। ਔਰ ਇਸ ਵਾਰ ਫਰਾਰੀ ਤੋਂ ਬਾਅਦ ਕਿਸਨੇ ਗ੍ਰਿਫਤਾਰ ਕੀਤਾ? ਦਿੱਲੀ ਪੁਲਿਸ ਦੀ ਹੀ ਸਪੈਸ਼ਲ ਸੈੱਲ ਨੇ। ਹੁਣ ਗੱਲ ਇਹ ਵੀ ਹੈ ਕਿ ਦੀਪਕ ਟੀਨੂ ਦਾ ਸਿੱਧਾ ਨਾਮ ਜੁੜਦਾ ਹੈ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ। ਸਿੱਧੂ ਮੂਸੇਵਾਲਾ ਕਤਲकांड ਵਾਪਰਦਾ 29 ਮਈ ਨੂੰ। 29 ਮਈ ਨੂੰ ਸਿੱਧੂ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਤੇ ਉਸ ਦੇ ਵਿੱਚ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ। ਇੱਕ ਨਾਮ ਦੀਪਕ ਟੀਨੂ ਦਾ ਵੀ ਆਇਆ। ਹੁਣ ਇਹ ਵੀ ਤੁਹਾਨੂੰ ਦੱਸ ਦਿਆਂ ਕਿ ਦੀਪਕ ਟੀਨੂ ਦਾ ਕੀ ਰੋਲ ਦੱਸਿਆ ਜਾਂਦਾ ਹੈ ਸਿੱਧੂ ਮੂਸੇਵਾਲਾ ਕਤਲकांड ਦੀ ਸਾਜ਼ਿਸ਼ ਦੇ ਵਿੱਚ। ਰਿਪੋਰਟ ਹਰਿਆਣਾ ਦਾ ਮਸ਼ਹੂਰ ਗੈਂਗਸਟਰ ਦੀਪਕ ਉਰਫ ਟੀਨੂ ਗੁਨਾਹ ਦੀ ਦੁਨੀਆ ਦੇ ਵਿੱਚ ਪੈਰ ਪਸਾਰ ਚੁੱਕਿਆ ਸੀ। 2010 ਤੋਂ ਸ਼ੁਰੂ ਹੋਇਆ ਦੀਪਕ ਦਾ ਕ੍ਰਾਈਮ ਮਾਈਂਡ ਹੁਣ ਸਿੱਧੂ ਮੂਸੇਵਾਲੇ ਨੂੰ ਮਾਰਨ ਤੱਕ ਦਾ ਪਲਾਨ ਬਣਾ ਚੁੱਕਿਆ ਸੀ। 2017 ਦੇ ਵਿੱਚ ਲਵੀ ਦਿਓੜਾ ਦਾ ਕਤਲ ਕਰਨ ਤੋਂ ਬਾਅਦ ਇਹ ਲਾਰੈਂਸ ਤੇ ਜੱਗੂ ਦੇ ਕਰੀਬ ਆ ਚੁੱਕਿਆ ਸੀ ਤੇ ਫਿਰ ਇਸਨੇ ਸਿੱਧੂ ਦੇ ਕਤਲ 'ਚ ਆਪਣੀ ਭੂਮਿਕਾ ਨਿਭਾਈ ਤੇ ਪੁਲਿਸ ਨੇ ਚਾਰਜਸ਼ੀਟ ਦੇ ਵਿੱਚ ਇਸ ਭੂਮਿਕਾ ਦਾ ਜ਼ਿਕਰ ਵੀ ਕੀਤਾ ਹੈ। ਟੀਨੂ ਲਗਾਤਾਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੇ ਸੰਪਰਕ ਵਿੱਚ ਸੀ। ਲਾਰੈਂਸ ਤੇ ਗੋਲਡੀ ਬਰਾੜ ਦੇ ਵਿਚਾਲੇ ਲਗਾਤਾਰ ਗੱਲ ਕਰਾ ਰਿਹਾ ਸੀ। ਕਤਲ ਦੀ ਪਲਾਨਿੰਗ ਦੇ ਵਿੱਚ ਟੀਨੂ ਨੇ ਆਪਣੀ ਅਹਿਮ ਭੂਮਿਕਾ ਨਿਭਾਈ। ਟੀਨੂ ਦੇ ਕਹਿਣ ਤੇ ਮਨਪ੍ਰੀਤ ਮੋਹਣਾ ਤੇ ਸ਼ੂਟਰਜ਼ ਨੂੰ ਠਹਿਰ ਮੁਹੱਈਆ ਕਰਵਾਈ ਗਈ। ਸ਼ੂਟਰਜ਼ ਦੇ ਨਾਲ ਜੁੜੇ ਕਈ ਇੰਤਜ਼ਾਮ ਦੀਪਕ ਟੀਨੂ ਦੇ ਕਹਿਣ ਤੇ ਕੀਤੇ ਗਏ। ਦੀਪਕ ਟੀਨੂ ਦੀ ਭੂਮਿਕਾ ਸਿਰਫ ਇੱਥੇ ਤੱਕ ਹੀ ਸੀਮਤ ਨਾ ਰਹੀ। ਜਦੋਂ ਉਸ ਨੂੰ ਗ੍ਰਿਫਤਾਰ ਕਰਕੇ ਪੰਜਾਬ ਲਿਆਂਦਾ ਗਿਆ ਤਾਂ ਵੀ ਉਹ ਲਗਾਤਾਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ। ਸੂਤਰਾਂ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਸ ਦੇ ਵਿੱਚ ਖੁਲਾਸਾ ਹੋਇਆ ਕਿ ਦੀਪਕ ਟੀਨੂ ਲਗਾਤਾਰ ਗੋਲਡੀ ਦੇ ਨਾਲ ਗੱਲ ਕਰ ਰਿਹਾ ਸੀ। ਦੀਪਕ ਟੀਨੂ ਜਿਸ ਨੂੰ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਜਿਸ ਤੋਂ ਜੇਲ੍ਹ ਦੇ ਵਿੱਚ ਹੀ ਮੋਬਾਈਲ ਫੋਨ ਵੀ ਬਰਾਮਦ ਹੋਏ। ਦੀਪਕ ਟੀਨੂ ਤੇ ਪ੍ਰਿਆਵਰਤ ਫੌਜੀ ਤੋਂ ਮੋਬਾਈਲ ਫੋਨ ਦੀ ਬਰਾਮਦਗੀ ਹੋਈ ਜਿਸ ਦੇ ਜ਼ਰੀਏ ਟੀਨੂ ਵੱਲੋਂ ਲਗਾਤਾਰ ਗੋਲਡੀ ਬਰਾੜ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਸੀ। ਪੂਰਾ ਮਾਮਲਾ ਸਿਰਫ ਇੱਥੇ ਤੱਕ ਹੀ ਸੀਮਤ ਨਹੀਂ ਹੈ। ਦੀਪਕ ਟੀਨੂ ਦੇ ਫਰਾਰ ਹੋਣ ਤੱਕ ਸਾਰੀ ਪਲਾਨਿੰਗ ਉਹ ਗੋਲਡੀ ਬਰਾੜ ਦੇ ਨਾਲ ਮਿਲ ਕੇ ਬਣਾ ਰਿਹਾ ਸੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਦੀਪਕ ਟੀਨੂ ਦਾ ਬਹੁਤ ਜ਼ਿਕਰ ਹੋ ਰਿਹਾ। ਦੀਪਕ ਟੀਨੂ ਪਿਛਲੇ 18 ਦਿਨਾਂ ਦੇ ਵਿੱਚ ਖੂਬ ਚੁਣੌਤੀ ਪੰਜਾਬ ਪੁਲਿਸ ਦੇ ਲਈ ਵੀ ਬਣਿਆ ਰਿਹਾ। CIA ਦੀ ਕਸਟਡੀ ਦੇ ਵਿੱਚੋਂ ਜਿਸ ਤਰੀਕੇ ਨਾਲ ਫਰਾਰ ਹੋਇਆ ਸੀ, ਪਰ ਹੁਣ ਫਰਾਰੀ ਤੋਂ ਗ੍ਰਿਫਤਾਰੀ ਤੱਕ ਇੱਕ ਵਾਰ ਫਿਰ ਤੋਂ ਸਲਾਖਾਂ ਦੇ ਪਿੱਛੇ ਦੀਪਕ ਟੀਨੂ ਪਹੁੰਚ ਚੁੱਕਿਆ ਹੈ। ਪਰ ਸਵਾਲ ਇਹ ਵੀ ਹੈ ਕਿ ਦੀਪਕ ਟੀਨੂ ਆਖਿਰ ਹੈ ਕੌਣ? ਦੀਪਕ ਟੀਨੂ ਆਖਿਰ ਇੱਕ ਕੈਟਾਗਰੀ ਦਾ ਗੈਂਗਸਟਰ ਬਣ ਕਿਵੇਂ ਗਿਆ? ਹੁਣ ਉਹ ਵੀ ਰਿਪੋਰਟ ਦੇ ਜ਼ਰੀਏ ਦਿਖਾਣੇ ਆ। ਪੰਜਾਬ ਪੁਲਿਸ ਦੀ ਗਿਰਫਤ ਤੋਂ ਫਰਾਰ ਹੋਇਆ ਦੀਪਕ ਟੀਨੂ ਆਖਿਰ ਕੌਣ ਹੈ ਅਤੇ ਕਿਵੇਂ ਗੁਨਾਹ ਦੀ ਦੁਨੀਆ ਦੇ ਵਿੱਚ ਉਸਨੇ ਪੈਰ ਰੱਖਿਆ? ਇਹ ਰਿਪੋਰਟ ਹਰਿਆਣਾ ਦਾ ਜ਼ਿਲ੍ਹਾ ਭਿਵਾਨੀ, ਜਿਸ ਨੂੰ ਮੁੱਕੇਬਾਜ਼ੀ ਦੇ ਮੈਦਾਨ ਦੇ ਵਿੱਚ ਮਿੰਨੀ ਕਿਊਬਾ ਦੇ ਵਜੋਂ ਜਾਣਿਆ ਜਾਂਦਾ ਹੈ, ਇਨੀ ਦਿਨੀ ਇੱਕ ਵੱਖਰੀ ਵਜ੍ਹਾ ਕਰਕੇ ਸੁਰਖੀਆਂ ਵਿੱਚ ਹੈ। ਵਜ੍ਹਾ ਹੈ ਗੈਂਗਸਟਰ।
ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ 'ਚ ਜਿੰਨੇ ਵੀ ਨਾਮ ਸਾਹਮਣੇ ਆਏ ਨੇ ਉਹਨਾਂ 'ਚੋਂ ਹਰਿਆਣਾ ਦੇ ਜ਼ਿਆਦਾਤਰ ਗੈਂਗਸਟਰ ਦਾ ਲਿੰਕ ਭਿਵਾਨੀ ਦੇ ਨਾਲ ਜਾ ਕੇ ਜੁੜ ਰਿਹਾ ਹੈ। ਫਿਰ ਭਾਵੇਂ ਸਚਿਨ ਭਿਵਾਨੀ ਦੀ ਗੱਲ ਕਰੀਏ, ਪ੍ਰਿਆਵਰਤ ਫੌਜੀ ਦੀ, ਜਾਂ ਫਿਰ ਹੁਣ ਦੀਪਕ ਟਿੰਨੂ ਦੀ। ਜੀ ਹਾਂ, ਦੀਪਕ ਟਿੰਨੂ ਵੀ ਹਰਿਆਣਾ ਦੇ ਭਿਵਾਨੀ ਦੇ ਨਾਲ ਹੀ ਸੰਬੰਧ ਰੱਖਦਾ ਹੈ। ਭਿਵਾਨੀ ਦੇ ਜੈਨ ਚੌਂਕ ਦੇ ਮੁਹੱਲਾ ਤਿੱਲੀਵਾੜਾ ਦਾ ਰਹਿਣ ਵਾਲਾ ਦੀਪਕ ਟਿੰਨੂ ਸਭ ਤੋਂ ਪਹਿਲਾਂ ਸੁਰਖੀਆਂ ਦੇ ਵਿੱਚ ਉਦੋਂ ਆਇਆ ਜਦੋਂ ਉਸ ਦੀਆਂ ਤਸਵੀਰਾਂ ਵਾਲੇ ਪੋਸਟਰ ਸ਼ਹਿਰ ਦੀਆਂ ਕੰਧਾਂ ਤੇ ਲਾਏ ਗਏ ਸਨ। ਇਹ ਸਾਲ 2018 ਦੀ ਗੱਲ ਹੈ। ਰੱਖੜੀ ਦੇ ਤਿਉਹਾਰ ਮੌਕੇ ਲਾਰੈਂਸ ਬਿਸ਼ਨੋਈ ਦੀ ਅਗਵਾਈ ਵਾਲੀ ਸਟੂਡੈਂਟ ਯੂਨੀਅਨ ਸੋਪੂ ਦੇ ਹਰਿਆਣਾ ਸੂਬੇ ਦੇ ਪ੍ਰਧਾਨ ਦੇ ਵਜੋਂ ਦੀਪਕ ਟਿੰਨੂ ਨੂੰ ਇਹਨਾਂ ਪੋਸਟਰਾਂ ਦੇ ਵਿੱਚ ਵਿਖਾਇਆ ਗਿਆ ਸੀ। ਤੇ ਸਾਲ 2013 ਦੇ ਵਿੱਚ 20 ਦਸੰਬਰ ਨੂੰ ਭਿਵਾਨੀ ਦੇ ਪੁਲਿਸ ਸਟੇਸ਼ਨ ਦੇ ਵਿੱਚ ਮੁਕੱਦਮਾ ਨੰਬਰ 927 ਦੀਪਕ ਟਿੰਨੂ ਦੇ ਖਿਲਾਫ ਦਰਜ ਕੀਤਾ ਗਿਆ। ਇਹ ਤਾਂ ਸਿਰਫ ਸ਼ੁਰੂਆਤ ਸੀ। ਇਸ ਤੋਂ ਬਾਅਦ ਹਰਿਆਣਾ ਹੀ ਨਹੀਂ, ਦਿੱਲੀ, ਪੰਜਾਬ ਅਤੇ ਰਾਜਸਥਾਨ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ 30 ਤੋਂ ਵਧੇਰੇ ਮਾਮਲੇ ਦੀਪਕ ਟਿੰਨੂ ਦੇ ਖਿਲਾਫ ਦਰਜ ਕੀਤੇ ਗਏ ਸਨ। ਨਵੰਬਰ 2018 ਦੇ ਵਿੱਚ ਜਦੋਂ ਟਿੰਨੂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੇ ਖਿਲਾਫ ਦਰਜ ਮਾਮਲਿਆਂ ਦੀ ਗਿਣਤੀ 34 ਦੇ ਨੇੜੇ ਪਹੁੰਚ ਚੁੱਕੀ ਸੀ। ਇਸ ਤੋਂ ਪਹਿਲਾਂ ਸਾਲ 2017 ਦੇ ਵਿੱਚ ਇੱਕ ਕਤਲ ਦੇ ਮਾਮਲੇ 'ਚ ਬੈਂਗਲੁਰੂ ਪੁਲਿਸ ਨੇ ਜਦੋਂ ਦੀਪਕ ਟਿੰਨੂ ਨੂੰ ਗ੍ਰਿਫਤਾਰ ਕੀਤਾ ਤਾਂ ਉਸਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਸਨ। ਦੀਪਕ ਟਿੰਨੂ ਨੇ ਪੁਲਿਸ ਦੇ ਸਾਹਮਣੇ ਵੱਡੇ ਖੁਲਾਸੇ ਕਰਦੇ ਦੱਸਿਆ ਕਿ ਉਹ ਲਾਰੈਂਸ ਦੀ ਗੈਂਗ ਦੇ ਨਾਲ ਸਾਲ 2016 ਦੇ ਵਿੱਚ ਜੁੜਿਆ। ਟਿੰਨੂ ਨੇ ਪੰਜਾਬ ਸਭ ਤੋਂ ਪਹਿਲਾਂ ਇੱਕ MC ਦਾ ਕਤਲ ਕੀਤਾ। ਇਸ ਮਾਮਲੇ 'ਚ ਫੜਿਆ ਗਿਆ ਟਿੰਨੂ ਪੰਚਕੁਲਾ ਦੇ ਹਸਪਤਾਲ ਤੋਂ ਫਰਾਰ ਹੋਇਆ। ਦਿੱਲੀ ਪੁਲਿਸ ਨੇ ਸਾਲ 2016 ਦੇ ਵਿੱਚ ਟਿੰਨੂ ਨੂੰ ਘੇਰਾ ਵੀ ਪਾਇਆ ਸੀ, ਪਰ ਉਹ ਫਰਾਰ ਹੋ ਗਿਆ। ਪੁਲਿਸ ਨੂੰ ਟਿੰਨੂ ਨੇ ਦੱਸਿਆ ਕਿ ਉਹ ਆਪਣਾ ਵੱਡਾ ਗੈਂਗ ਖੜਾ ਕਰਨਾ ਚਾਹੁੰਦਾ ਸੀ ਅਤੇ ਇਸੇ ਲਈ ਲਗਾਤਾਰ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਰਿਹਾ ਸੀ। ਪੈਸੇ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਉਹ ਰੰਗਦਾਰੀ ਮੰਗਦਾ ਸੀ। ਉਸ ਦੇ ਖਿਲਾਫ ਰੰਗਦਾਰੀ ਮੰਗਣ ਦੇ ਮਾਮਲੇ ਹਰਿਆਣਾ ਤੋਂ ਇਲਾਵਾ ਬਾਕੀ ਥਾਂ ਤੇ ਵੀ ਦਰਜ ਹੋਏ। ਪੁਲਿਸ ਵੱਲੋਂ ਕੀਤੀ ਇਸੇ ਪੁੱਛਗਿੱਛ ਦੇ ਦੌਰਾਨ ਦੀਪਕ ਨਾਲ ਜੁੜੇ ਹੋਰ ਵੀ ਕਈ ਅਹਿਮ ਪੱਖ ਸਾਹਮਣੇ ਆਏ। ਦੀਪਕ ਟਿੰਨੂ ਆਪਣੇ ਆਪ ਨੂੰ ਤਕਨੀਕੀ ਰੂਪ ਤੇ ਅਪਡੇਟ ਰੱਖਦਾ ਹੈ, WhatsApp ਅਤੇ ਇੰਟਰਨੈਟ ਕਾਲ ਦੇ ਰਾਹੀਂ ਕੰਟੈਕਟ ਕਰਦਾ ਹੈ, ਆਪਣੇ ਸਾਥੀਆਂ ਨੂੰ ਵੀ ਇੰਟਰਨੈਟ ਦੇ ਰਾਹੀਂ ਸੁਨੇਹੇ ਭੇਜਦਾ ਹੈ, ਆਪਣੀ ਲੋਕੇਸ਼ਨ ਨੂੰ ਲਗਾਤਾਰ ਅਪਡੇਟ ਕਰਦਾ ਰਹਿੰਦਾ ਹੈ। ਤਕਨੀਕ ਦੇ ਨਾਲ ਵੀ ਦੀਪਕ ਟਿੰਨੂ ਨੂੰ ਕਾਬੂ ਕਰਨਾ ਔਖਾ ਹੈ। ਸੋ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਦੀਪਕ ਟਿੰਨੂ ਆਪਣੇ ਆਪ ਦੇ ਵਿੱਚ ਜੁਰਮ ਦੀ ਦੁਨੀਆ ਦਾ ਇੱਕ ਵੱਡਾ ਨਾਮ ਹੈ ਜੋ ਲਗਾਤਾਰ ਪੁਲਿਸ ਨੂੰ ਚਕਮਾ ਦਿੰਦਾ ਰਿਹਾ, ਫਿਰ ਪੁਲਿਸ ਭਾਵੇਂ ਹਰਿਆਣਾ ਦੀ ਹੋਵੇ ਜਾਂ ਪੰਜਾਬ ਦੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। खैर एक चीज तो बहुत क्लीयर है कि दीपक टिन्नू जिस राह के उत्ते तुरिया और राह या तो गोली वाले पासे जाती है या फिर वह राह जाता है सीधा सलाखां दे पिछे। बार बार भज रहा है पर वापस सलाखां दे पिछे दीपक टिन्नू पहुंच जाता है। कुछ होर तस्वीरां तुहानूं दिखाने आ। एक पासे दीपक टिन्नू मुड़ तो शिकंजे दे विच है तो उत्थे ही मदद जेल दे विच ਜਿਹੜੇ ਮਦਦਗਾਰ ਨੇ ਉਹ ਜੇਲ੍ਹ ਦੇ ਵਿੱਚ ਪਹੁੰਚ ਗਏ ਨੇ। ਮਾਨਸਾ ਕੋਰਟ ਦੇ ਵਿੱਚ 3 ਮੁਲਜ਼ਮਾਂ ਦੀ ਪੇਸ਼ੀ ਹੋਈ, ਰਾਜਵੀਰ, ਰਾਜਿੰਦਰ ਤੇ ਕੁਲਦੀਪ ਦੀ ਪੇਸ਼ੀ ਹੋਈ। ਮਾਨਸਾ ਕੋਰਟ ਨੇ ਤਿੰਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਮਾਨਸਾ ਪੁਲਿਸ ਨੇ ਮੁੜ ਤੋਂ ਰਿਮਾਂਡ ਦੀ ਡਿਮਾਂਡ ਕੀਤੀ ਸੀ, ਹਾਲਾਂਕਿ ਪੁਲਿਸ ਨੂੰ ਰਿਮਾਂਡ ਤਾਂ ਨਹੀਂ ਮਿਲੀ, ਪਰ ਦੂਜੇ ਪਾਸੇ ਨਿਆਇਕ ਹਿਰਾਸਤ ਦੇ ਵਿੱਚ ਉਹਨਾਂ ਨੂੰ ਜ਼ਰੂਰ ਭੇਜ ਦਿੱਤਾ ਗਿਆ। ਇਹ ਉਹ ਸਾਰੇ ਲੋਕ ਨੇ, चाहे असी जिक्र करिए राजवीर का जो जिक्र हो रहा है, नाम लिया जा रहा है, रजिंदर का या फिर कुलदीप कोहली का, इन्हां दे उत्ते इल्जाम ने कि यही मददगार ने असल दे विच दीपक टिन्नू दे, जो उसकी मदद कर रहे सी भज्जण दे लई, प्लैनिंग बनाउण दे लई, ते हुण वो भी काबू कर ले गए ने, सलाखां दे पिछे ने। ते तुहानूं दस दईए कि फिलहाल अदालत ने न्यायिक हिरासत दे विच भेज दित्ते ने। ਤੇ ਹੁਣ ਪ੍ਰਾਈਮ ਟਾਈਮ ਦੇ ਵਿੱਚ ਦਿਨ ਦੀ ਦੂਜੀ ਵੱਡੀ ਖਬਰ ਦਾ ਜ਼ਿਕਰ ਕਰਾਂਗੇ। ਮੁੱਖ ਮੰਤਰੀ ਖੁਦ ਪਹੁੰਚ ਗਏ ਛਾਪਾ ਮਾਰਨ ਦੇ ਲਈ। ਜੀ ਹਾਂ, ਵੱਡੀ ਖਬਰ ਹੈ, ਸੀਐਮ ਦੇ ਵੱਲੋਂ ਲਾਈਵ ਚੈਕਿੰਗ ਕੀਤੀ ਗਈ ਹੈ ਪਟਿਆਲਾ ਦੇ ਵਿੱਚ। ਪਟਿਆਲਾ 'ਚ ਸੀਐਮ ਮਾਨ ਦਾ ਅਚਨਚੇਤ ਦੌਰਾ ਹੋਇਆ ਰਜਿੰਦਰਾ ਹਸਪਤਾਲ ਦੇ ਵਿੱਚ, ਜਿੱਥੇ ਮੁੱਖ ਮੰਤਰੀ ਦੇ ਵੱਲੋਂ ਚੈਕਿੰਗ ਕੀਤੀ ਗਈ, ਮਰੀਜ਼ਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ। ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜਾ ਸਟਾਫ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਸੀਐਮ ਕਰਦੇ ਹੋਏ ਨਜ਼ਰ ਆਏ। ਮੁੱਖ ਮੰਤਰੀ ਪਹੁੰਚੇ ਸੀ ਅਚਨਚੇਤ ਬਿਨਾਂ ਕਿਸੇ ਇਤਲਾਹ ਤੋਂ और डायरैक्टली पहुंच गए रजिंदरा हस्पताल। खैर रजिंदरा हस्पताल ਨੂੰ ਲੈ ਕੇ ਬਹੁਤ ਸਾਰੇ ਜਿਹੜੀਆਂ ਖਬਰਾਂ ਨੇ ਜਾਂ ਬਹੁਤ ਸਾਰੇ ਕਿੰਤੂ ਪਰੰਤੂ ਪਿਛਲੇ ਕੁਝ ਸਮੇਂ ਦੇ ਵਿੱਚ ਹੁੰਦੇ ਰਹੇ ਨੇ, ਉਹ ਸਰਕਾਰਾਂ ਕੋਈ ਵੀ ਰਹੀਆਂ ਹੋਣ, ਔਰ ਕਈ ਖਾਮੀਆਂ ਦਾ ਜ਼ਿਕਰ ਹੁੰਦਾ ਰਿਹਾ। ਤਾਂ ਜਦੋਂ ਸੀਐਮ ਪਹੁੰਚੇ ਪਟਿਆਲਾ ਤਾਂ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਅਸੀਂ ਪਹੁੰਚੇ ਹਾਂ ਇੱਥੇ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੇਖਣ ਤਾਂ ਕਿ ਉਹਨਾਂ ਨੂੰ ਦੂਰ ਕੀਤਾ ਜਾ ਸਕੇ।
ਤੇ ਸੀਐਮ ਉੱਥੇ ਪਹੁੰਚੇ ਤੇ ਉਹਨਾਂ ਨੇ ਜਿਹੜੇ ਮਰੀਜ਼ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ। ਜਿਹੜੇ ਮਰੀਜ਼ਾਂ ਦੇ ਉੱਥੇ ਹੋਰ ਰਿਸ਼ਤੇਦਾਰ ਪਹੁੰਚੇ ਹੋਏ ਸੀ ਉਹਨਾਂ ਦੀਆਂ ਕੀ ਸਮੱਸਿਆਵਾਂ ਨੇ, ਕੀ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ, ਦਵਾਈਆਂ ਤੋਂ ਲੈ ਕੇ ਬੈੱਡਾਂ ਤੱਕ ਹਰ ਚੀਜ਼ ਨੂੰ ਲੈ ਕੇ ਸੀਐਮ ਨੇ ਖੁਦ ਗੱਲਬਾਤ ਕੀਤੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਤੇ ਭਰੋਸਾ ਦਿੱਤਾ ਹੈ ਕਿ ਜਿਹੜੀਆਂ ਵੀ ਕਮੀਆਂ ਜਾਂ ਫਿਰ ਉਹਨਾਂ ਦੇ ਨੋਟਿਸ ਦੇ ਵਿੱਚ ਜਿਹੜੇ ਵੀ ਪੁਆਇੰਟਸ ਲਿਆਂਦੇ ਗਏ ਨੇ ਉਹਨਾਂ ਨੂੰ ਜਲਦ ਤੋਂ ਜਲਦ ਦਰੁਸਤ ਕਰਵਾਇਆ ਜਾਏਗਾ। ਖੈਰ ਜਦੋਂ ਸੀਐਮ ਪਹੁੰਚ ਜਾਣ ਔਰ ਜਾ ਕੇ ਮਰੀਜ਼ਾਂ ਨਾਲ ਪਰਿਵਾਰਾਂ ਦੇ ਨਾਲ ਗੱਲਬਾਤ ਕਰਨ, ਜਿਹੜੇ ਉੱਥੇ ਲੋਕ ਪਹੁੰਚੇ ਹੋਏ ਨੇ, ਕਿਉਂਕਿ ਕੋਈ ਨਹੀਂ ਚਾਹੁੰਦਾ ਕਿ ਉਹ ਹਸਪਤਾਲ ਜਾਵੇ, ਪਰ ਕਈ ਵਾਰੀ ਸਥਿਤੀ ਅਜਿਹੀ ਹੋ ਜਾਂਦੀ ਹੈ ਕਿ ਆਪਣੇ ਕਿਸੇ ਕਰੀਬੀ ਨੂੰ ਲੈ ਕੇ ਹਸਪਤਾਲ ਦਾ ਵੀ ਰੁਖ ਕਰਨਾ ਪੈਂਦਾ ਹੈ। ਤਾਂ ਉੱਥੇ ਪਹੁੰਚ ਕੇ ਵੀ ਜੇਕਰ ਕੋਈ ਪਰੇਸ਼ਾਨੀ ਹੋਵੇ ਤਾਂ ਫਿਰ ਲੋਕੀ ਬਹੁਤ ਔਖਾ ਮਹਿਸੂਸ ਕਰਦੇ ਨੇ ਤੇ ਕੁਝ ਜਿਹੜੇ ਉੱਥੇ ਲੋਕ ਪਹੁੰਚੇ ਹੋਏ ਸੀ ਉਹ ਸੀਐਮ ਦੇ ਨਾਲ ਗੱਲਬਾਤ ਕਰਦੇ ਹੋਏ ਭਾਵੁਕ ਵੀ ਹੋ ਗਏ, ਕਿਉਂਕਿ ਹਸਪਤਾਲ ਇੱਕ ਐਸੀ ਥਾਂ ਹੁੰਦੀ ਹੈ ਕਿ ਬਹੁਤ ਸਾਰੀਆਂ ਉਮੀਦਾਂ ਲੈ ਕੇ ਲੋਕ ਪਹੁੰਚਦੇ ਨੇ। ਡਾਕਟਰਾਂ ਨੂੰ ਤਾਂ ਰੱਬ ਕਿਹਾ ਜਾਂਦਾ ਧਰਤੀ ਦਾ, ਤੇ ਜਦੋਂ ਹਸਪਤਾਲ ਦੇ ਵਿੱਚ ਕੋਈ ਪ੍ਰਬੰਧ ਨਾ ਹੋਵੇ ਜਾਂ ਫਿਰ ਹਸਪਤਾਲ ਦੇ ਵਿੱਚ ਕੋਈ ਦਿੱਕਤ ਹੋਵੇ ਤਾਂ ਉਸ ਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਦੀ ਜ਼ਰੂਰ ਸੁਣੀ ਜਾਏਗੀ। ਸੀਐਮ ਨੇ ਗੱਲਬਾਤ ਕੀਤੀ ਉੱਥੇ ਲੋਕਾਂ ਦੇ ਨਾਲ, ਕੁਝ ਮਹਿਲਾਵਾਂ ਸੀ ਜਿਹੜੇ ਮਰੀਜ਼ ਸੀ ਉਹਨਾਂ ਦੇ ਰਿਸ਼ਤੇਦਾਰ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ। ਉੱਥੇ ਜਿਹੜੀਆਂ ਕਮੀਆਂ ਨਜ਼ਰ ਆਈਆਂ ਉਹ ਵੀ ਸੀਐਮ ਨੇ ਖੁਦ ਨੋਟ ਕੀਤੀਆਂ ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਸੀਐਮ ਉੱਥੇ ਖੁਦ ਪਹੁੰਚੇ ਨੇ ਔਰ ਜਲਦ ਜਿਹੜੀਆਂ ਉਹਨਾਂ ਨੂੰ ਉੱਥੇ ਕਮੀਆਂ ਨਜ਼ਰ ਆਈਆਂ ਨੇ ਉਹ ਜਲਦ ਦਰੁਸਤ ਕਰ ਦਿੱਤੀਆਂ ਜਾਣ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਅਚਨਚੇਤੀ ਦੌਰਾ ਕੀਤਾ। ਤੁਸੀਂ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਇਸ ਵਾਰਡ ਦੇ ਵਿੱਚ ਜਿਹੜਾ ਵਾਰਡ ਹੈਗਾ ਉੱਥੇ ਮਰੀਜ਼ਾਂ ਨਾਲ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਲ ਗੱਲਬਾਤ ਕਰ ਰਹੇ ਨੇ। ਉਹਨਾਂ ਦੀ ਦੁੱਖ ਤਕਲੀਫਾਂ ਨੂੰ ਪੁੱਛਿਆ ਜਾ ਰਿਹਾ ਕਿ ਇਹਨਾਂ ਨੂੰ ਇੱਥੇ ਕਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁੱਖ ਮੰਤਰੀ ਬਿਨਾਂ ਕਿਸੇ ਅਗਾਊਂ ਸੂਚਨਾ ਦੇ, ਬਿਨਾਂ ਪ੍ਰਸ਼ਾਸਨ ਨੂੰ ਕਿਸੇ ਸੂਚਨਾ ਦੇ ਇੱਥੇ ਪਹੁੰਚੇ ਤੇ ਉਹਨਾਂ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ। ਰਜਿੰਦਰਾ ਹਸਪਤਾਲ ਦੇ ਜਿਹੜੇ ਹਾਲਾਤ ਨੇ, ਜਿਹੜੇ ਮਰੀਜ਼ ਉੱਥੇ ਦਾਖਲ ਨੇ, ਉਹਨਾਂ ਦੇ ਰਿਸ਼ਤੇਦਾਰਾਂ ਨਾਲ, ਮਰੀਜ਼ਾਂ ਨਾਲ ਗੱਲਬਾਤ ਕੀਤੀ, ਕਿਸ ਤਰ੍ਹਾਂ ਦੀਆਂ ਸਹੂਲਤਾਂ ਉਹਨਾਂ ਨੂੰ ਮਿਲ ਰਹੀਆਂ ਨੇ ਉਹਦੇ ਬਾਰੇ ਗੱਲਬਾਤ ਕੀਤੀ, ਕਿਉਂਕਿ ਰਜਿੰਦਰਾ ਹਸਪਤਾਲ ਇੱਕ ਐਸਾ ਹਸਪੀਟਲ ਹੈ ਜਿਹਦੇ ਵਿੱਚ ਪੂਰੇ ਮਾਲਵਾ ਦੇ ਜਿਹੜੇ ਲੋਕ ਨੇ ਆਪਣੇ ਇਲਾਜ ਦੇ ਲਈ ਆਉਂਦੇ ਨੇ। ਖੁਦ ਤੁਸੀਂ ਦੇਖ ਸਕਦੇ ਹੋ ਕਿ ਮਰੀਜ਼ਾਂ ਦੇ ਜਿਹੜੇ ਰਿਸ਼ਤੇਦਾਰ ਨੇ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰ ਸਕਦੇ ਆ। ਭਾਈ ਸਾਹਿਬ ਕਿੱਥੋਂ ਆਏ ਹੋ ਤੁਸੀਂ? ਛਲੇੜੀ ਕਲਾਂ ਤੋਂ ਵੀਰ ਜੀ। ਕਿਸ ਤਰ੍ਹਾਂ ਅੱਜ ਮੁੱਖ ਮੰਤਰੀ ਸਾਹਿਬ ਆਏ ਨੇ, ਲੱਗਦਾ ਹੈਗਾ ਵੀ ਮੁੱਖ ਮੰਤਰੀ ਆਏ ਨੇ, ਤੁਹਾਨੂੰ ਮੁਸ਼ਕਿਲਾਂ ਇੱਥੇ ਆਉਂਦੀਆਂ ਨੇ, ਉਦੋਂ ਕੀ ਹੱਲ ਹੋ ਜਾਊਗਾ? ਹਾਂਜੀ ਹਾਂ, ਜ਼ਰੂਰ ਹੋਊਗਾ ਜੀ। ਹਾਂਜੀ ਜੀ, ਮੁੱਖ ਮੰਤਰੀ ਆਪ ਆਏ ਨੇ, ਇਹ ਨਹੀਂ ਹੈਗਾ, ਕੋਈ ਨਾ ਕੋਈ ਇੱਥੇ ਆ ਕੇ ਸਮੱਸਿਆ ਦਾ ਹੱਲ ਕਰਨਗੇ ਜ਼ਰੂਰ। ਮੇਨ ਕਿਹੜੀ ਸਮੱਸਿਆ ਲੱਗਦੀ ਹੈ ਇੱਥੇ? ਮੇਨ ਇੱਕ ਤਾਂ ਜੀ ਟੈਸਟਾਂ ਦੀ ਬਹੁਤ ਮੁਸ਼ਕਲ ਆ ਰਹੀ ਹੈ ਜੀ, ਦਵਾਈਆਂ ਦੀ ਮੁਸ਼ਕਲ ਆ ਰਹੀ ਹੈ ਜੀ, ਦਵਾਈਆਂ ਦੀ ਮੁਸ਼ਕਲ ਆ ਰਹੀ ਹੈ ਜੀ, ਟੈਸਟਾਂ ਦੀ ਮੁਸ਼ਕਲ ਆ ਰਹੀ ਹੈ। ਦੂਜਾ ਡਾਕਟਰਾਂ ਦੀ ਬੜੀ ਪ੍ਰੋਬਲਮ ਹੈ ਜੀ। ਡਾਕਟਰ ਹੈ ਨਹੀਂਗੇ? ਹਾਂਜੀ। ਤੁਸੀਂ ਕਿੱਥੋਂ ਆਏ? ਅਸੀਂ ਆਲਮਪੁਰ ਤੋਂ ਕੌਲੀ ਕੋਲ ਆਏ ਜੀ। ਕਿਵੇਂ ਕਿਸ ਦੇ ਨਾਲ ਆਏ ਹੋ ਇੱਥੇ? ਮੇਰਾ ਬੇਟਾ ਐਡਮਿਟ ਹੈ ਜੀ, ਉਹਨਾਂ ਦੇ ਸੈੱਲ ਨੇ ਟੈਸਟਾਂ ਦੀ ਇੰਨੀ ਪ੍ਰੋਬਲਮ ਆ ਰਹੀ, ਗੱਲਾਂ ਛੱਡੋ। ਟੈਸਟ ਲਿਖਦੇ ਨੇ ਅੰਦਰ ਦੇ ਇੱਕ ਲਿਖਦੇ ਨੇ, 4 ਬਾਹਰ ਲਿਖਦੇ ਨੇ ਜੀ। ਪ੍ਰਾਈਵੇਟ ਬਾਹਰੋਂ ਕਰਾ ਕੇ ਲਿਆ ਕੇ ਦੇਣੇ। ਦਵਾਈਆਂ ਦੀ ਵੀ ਸਮੱਸਿਆ, ਕਮੀ ਦੀ? ਦਵਾਈਆਂ ਦੀ ਬਹੁਤ, ਅੱਧੀਆਂ ਦਵਾਈਆਂ ਇੱਥੋਂ, ਅੱਧੀਆਂ ਬਾਹਰੋਂ। ਤੇ ਅੱਜ ਮੁੱਖ ਮੰਤਰੀ ਸਾਹਿਬ ਇੱਥੇ ਖੁਦ ਆਏ ਨੇ, 8 ਤੋਂ ਉੱਪਰ ਦਾ 8 ਵਜੇ। ਵਧੀਆ ਜੀ, ਅੱਜ ਆਏ ਨੇ, ਆਪ ਆਏ ਨੇ, ਅਚਨਚੇਤ ਆਏ ਨੇ ਜੀ। ਠੀਕ ਹੈ ਜੀ, 8 ਵੱਜ ਚੁੱਕੇ ਨੇ, ਕੋਈ ਮੁੱਖ ਮੰਤਰੀ ਅੱਜ ਦੇ ਟਾਈਮ 'ਚ ਆਇਆ ਨਹੀਂ ਹੈਗਾ। ਆਇਆ ਤੇ ਪਤਾ ਵੀ ਨਹੀਂ ਲੱਗਿਆਗਾ ਕਿਸੇ ਨੂੰ ਵੀ ਮੁੱਖ ਮੰਤਰੀ ਕੋਈ ਆਇਆ ਸੀ। ਠੀਕ ਹੈ ਜੀ, ਆਇਆ, ਬਹੁਤ ਉਮੀਦ ਬਣੀ ਹੈ ਜੀ, ਆਇਆ, ਬਹੁਤ ਵਧੀਆ ਗੱਲ ਹੈ। ਇਹ ਕੁਛ ਕਰਕੇ ਹੀ ਹੁਣ ਜਾਣਗੇ ਜੇ ਆਏ ਨੇ ਤੇ। ਬਿਲਕੁਲ। ਤਾਂ ਉੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ, ਜਿਹੜੇ ਉੱਥੇ ਲੋਕ ਪਹੁੰਚੇ ਹੋਏ ਸੀ ਉਹਨਾਂ ਨੇ ਸੋਚਿਆ ਵੀ ਨਹੀਂ ਹੋਏਗਾ ਕਿ ਇਸ ਤਰ੍ਹਾਂ ਸੀਐਮ ਪਹੁੰਚ ਜਾਣਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਉਹਨਾਂ ਨੂੰ ਮੌਕਾ ਵੀ ਮਿਲ ਜਾਏਗਾ। ਇਸ ਦੌਰੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਸਟੇਟਮੈਂਟ ਵੀ ਸਾਹਮਣੇ ਆਈ। ਮੀਡੀਆ ਦੇ ਨਾਲ ਉਹਨਾਂ ਨੇ ਉੱਥੇ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਰਜਿੰਦਰਾ ਹਸਪਤਾਲ ਸਿਰਫ ਇੱਕ ਰੈਫਰ ਸੈਂਟਰ ਬਣ ਜਾਏ, ਕਿ ਮਰੀਜ਼ ਇੱਥੇ ਆਏ ਤੇ ਇਲਾਜ ਨਹੀਂ ਹੋ ਰਿਹਾ ਉਹਨਾਂ ਨੂੰ ਅੱਗੇ ਰੈਫਰ ਕਰ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਮੈਂ ਇੱਥੇ ਕਮੀਆਂ ਚੈੱਕ ਕਰਨ ਆਇਆ ਸੀ, ਕਮੀਆਂ ਜੋ ਹੈਗੀਆਂ ਨੇ ਨੋਟ ਕੀਤਾ ਹੈ ਤੇ ਜਲਦ ਉਹਨਾਂ ਨੂੰ ਦੂਰ ਵੀ ਕੀਤਾ ਜਾਏਗਾ। ਮੇਰਾ ਕਿਤੇ ਹੋਰ ਪ੍ਰੋਗਰਾਮ ਸੀ, ਪਰ ਮੈਂ ਜਾਂਦੇ ਮੈਂ ਕਿਹਾ ਚਲੋ ਹਸਪੀਟਲ ਦੇ ਵਿੱਚ ਚੱਲੀਏ, ਕਿਉਂਕਿ ਮਾਲਵੇ ਦਾ ਇਹ ਬਹੁਤ ਵੱਡਾ ਹਸਪਤਾਲ ਹੈ। ਪੂਰਾ ਮਾਲਵਾ ਜਿਹੜਾ ਰਜਿੰਦਰਾ ਹਸਪੀਟਲ ਪਟਿਆਲਾ ਜਿਹੜਾ ਹੈ ਉਹਨੂੰ, ਮਾਲਵੇ ਨੂੰ ਇਹ ਹਸਪੀਟਲ ਕਵਰ ਕਰਦਾ ਹੈ। ਬਹੁਤ ਸਾਰੀਆਂ ਦਿੱਕਤਾਂ ਵੀ ਹੋਣਗੀਆਂ। ਮੇਰੇ ਕੋਲੇ ਆਈਆਂ ਵੀ ਸੀ ਸ਼ਿਕਾਇਤਾਂ। ਮੈਂ ਐਮਰਜੈਂਸੀ ਵਾਰਡ 'ਚ ਗਿਆ, ਉੱਥੇ ਕੈਂਸਰ ਦੇ ਮਰੀਜ਼ ਵੀ ਨੇ, ਐਕਸੀਡੈਂਟ ਵਾਲੇ ਵੀ ਆਏ ਹੋਏ ਨੇ। ਐਮਰਜੈਂਸੀ ਹੈ ਕਿਉਂਕਿ ਐਮਰਜੈਂਸੀ ਤਾਂ ਇਮੀਡੀਏਟਲੀ ਜਿਹੜਾ ਦਾਖਲ ਕਰਨਾ ਪੈਂਦਾ ਹੈ। ਸੋ ਮੈਂ ਬਿਨਾਂ ਦੱਸੇ ਆਇਆ। ਮੇਰੇ ਖਿਆਲ ਤੁਹਾਨੂੰ ਵੀ ਬਹੁਤ ਲੇਟ ਪਤਾ ਲੱਗਿਆ ਹੋਊਗਾ। ਬਹੁਤ ਲੇਟ ਪਤਾ ਲੱਗਿਆ ਜੀ, ਬਹੁਤ।
हाँ क्योंकि कारण ये है कि जे तुसी पहला दस दिंदे हो सारा कुछ तो कई बारी ना मैं देखा कि फिर ठीक कर लेंदे आ असली रूप नहीं असली स्थिति नहीं समझ मैं ये नहीं चाहता कि इत्थे दवाइयां ਦੀਆਂ ਕਮੀਆਂ ਕਰਕੇ ਇੱਥੇ ਮਸ਼ੀਨਾਂ ਦੀਆਂ ਕਮੀਆਂ ਕਰਕੇ ਜਿਹੜਾ ਇਧਰੋਂ ਆਉਂਦਾ ਸਾਡੇ ਪਿੰਡੋਂ ਜੇ ਕੋਈ ਆਉਂਦਾ ਬਰਨਾਲੇ ਤੋਂ ਆਉਂਦਾ ਬਠਿੰਡੇ ਤੋਂ ਆਉਂਦਾ ਉਹਨੂੰ ਰਜਿੰਦਰਾ ਹਸਪੀਟਲ ਕਰਦੇ ਰੈਫਰ ਇੱਥੇ ਆ ਕੇ ਜ਼ਿਆਦਾਤਰ ਰੈਫਰ पीजीआई हो जाता है पीजीआई का इन्ना ज्यादा क्राउडेड हो गया माहौल कि उत्थे तो फुटपाथ ते भी जगह नहीं मिलनी सो ये चीज़ों नूं कमी करने वास्ते असीं पीजीआई जिहड़ी संगरूर वाली नूं ऑपरेट कर रहे हैं बठिंडे वाले एम्स नूं फुल फ्लैश ते लैके आवांगे मस्तूआणा साहब वाला जो कॉलेज चलूगा तो नाल मैडिकल कॉलेज दे एक कंपलसरी है कि 360 बैडां दा हॉस्पिटल भी होना चाहिए संगरूर वाला हस्पताल भी होगा ट्रॉमा सेंटर भी आउणगे सो इलाज हर बंदे नूं मिलना चाहिए जिथों मर्जी है ਤਾਂ ਉਮੀਦ ਜ਼ਰੂਰ ਕੀਤੀ ਜਾ ਸਕਦੀ ਹੈ ਕਿ ਮੁੱਖ ਮੰਤਰੀ ਖੁਦ ਉੱਥੇ ਪਹੁੰਚੇ ਨੇ ਜਿਹੜੀਆਂ ਦਿੱਕਤਾਂ ਦਰਪੇਸ਼ ਆ ਰਹੀਆਂ ਨੇ ਮਰੀਜ਼ਾਂ ਨੂੰ ਉਹਨਾਂ ਦੇ ਤਿਮਾਰਦਾਰਾਂ ਨੂੰ ਉਹ ਜਲਦ ਦੂਰ ਕੀਤੀਆਂ ਜਾਣਗੀਆਂ ਪ੍ਰਾਈਮ ਟਾਈਮ ਦੇ ਵਿੱਚ ਵੇਲਾ ਹੋ ਚਲਾ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਕੁਝ ਹੋਰ ਵੱਡੀਆਂ ਖਬਰਾਂ ਦੇ ਨਾਲ